एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 28ਵਾਂ ਦੋਹਰਾ। ਇਹੋ ਇਸ ਵਿੱਚ ਭੇਦ ਹੈ ਸਮਝ ਜਰਾ ਮਨ ਲਾਏ, ਜਿਸ ਦੇ ਮਨ ਵਿੱਚ ਮਨ ਸੰਸਾ ਤੇਰਾ ਜਾਏ। ਦੁਰਗਾ ਭਗਤ ਦੋਹਰਾ। ਇਸ ਲੇਖੇ ਦਾ ਸੱਚ ਹੈ ਜੋ ਤੈਂ ਦੱਸਿਆ ਅੱਜ, ਐਵੇਂ ਹਟ ਕਰ ਕਿਉਂ ਕਰਾਂ ਤੇਰੇ ਅੱਗੇ ਪੱਜ। ਪਰ ਉਹ ਤਾਂ ਚੜ ਸ਼ੇਰ ਪਰ ਲੜਦੀ ਕੱਲੀ ਜਾਏ, ਕਈ ਹਜ਼ਾਰਾਂ ਫੌਜ ਨੂੰ ਲੈਂਦੀ ਅੱਗੇ ਲਾਏ। ਜੇ ਉਹ ਹੁੰਦੀ ਛੋਕਰੀ ਰਾਜਪੂਤ ਦੀ ਭਰਾਤ, ਤਾਂ ਚੜ ਸਿੰਘਣ ਰਾਗਸ਼ਾਂ ਕੱਲੀ ਕਿਵੇਂ ਭਗਾਤ। ਇਸ ਦਾ ਉੱਤਰ ਜੇ ਦਵੇਂ ਤਾਂ ਮੈਂ ਜਾਣਾ ਸੱਚ, ਨਹੀਂ ਅਜੇ ਵੀ ਸੁੱਝਦਾ ਮੈਨੂੰ ਹੈ ਕੁਝ ਕੱਚ। ਤਤ ਖਾਲਸਾ। ਦੋਹਰਾ। ਇਹ ਤਾਂ ਥੋੜੀ ਗੱਲ ਹੈ ਅਰ ਸੌਖੀ ਧਰ ਚਿੱਤ, ਜੇ ਹਾਥੀ ਹੈ ਲੰਘਿਆ ਪੂਛ ਰਹੇਗੀ ਕਿਤ। ਵਿੱਚ ਪਹਾੜਾਂ ਵੱਸਦੇ ਰੱਖਣ ਰਾਜੇ ਸ਼ੇਰ, ਆਦਰ ਨਾਲ ਹਲਾਏ ਕੇ ਕਰਨ ਸਵਾਰੀ ਫੇਰ। ਸ਼ਾਸਤਰ ਵਿਦਿਆ ਤੇਗ ਦੀ ਅਰ ਬਰਛੀ ਤਿਸ ਕਾਲ, ਜਿਸ ਤੇ ਤੁਰਤ ਡਰਾਏ ਦੀ ਸੈਨਾ ਨਾਹਰ ਨਾਲ। ਭਾਵ ਇਸ ਬਾਤ ਦਾ ਸਮਝਣਾ ਕੋਈ ਕਠਿਨ ਬਾਤ ਨਹੀਂ ਹੈ, ਕਿਉਂਕਿ ਐਸਾ ਹੋ ਸਕਦਾ ਹੈ ਜੋ ਉਹ ਕੰਨਿਆ ਪਹਾੜਾਂ ਵਿੱਚ ਨਿਵਾਸ ਕਰਦੀਆਂ ਸਨ ਅਰ ਕਿਸੇ ਨਿੱਕੇ ਜਿਹੇ ਸ਼ੇਰ ਦੇ ਬੱਚੇ ਨੂੰ ਆਪਣੇ ਹੱਥੀਂ ਪਾਲ ਲੀਤਾ ਹੋਵੇਗਾ ਅਰ ਉਹ ਕੁੱਤੇ ਵਾਂਗ ਹਿੱਲ ਗਿਆ ਹੋਵੇਗਾ, ਜਿਸ ਪਰ ਅਸਵਾਰੀ ਕਰਨ ਲੱਗ ਗਈ ਹੋਵੇਗੀ। ਸੋ ਐਸਾ ਕਰਨਾ ਕੋਈ ਅਸੰਭਵ ਬਾਤ ਨਹੀਂ ਹੈ, ਕਿਉਂਕਿ 2-3 ਸਾਲ ਹੋਏ ਹਨ ਜੋ ਲਾਹੌਰ ਵਿੱਚ ਸਰਕਸ ਦਾ ਤਮਾਸ਼ਾ ਕਰਨ ਵਾਲੇ ਬੰਗਾਲੀ ਆਏ ਸਨ, ਜਿਨ੍ਹਾਂ ਪਾਸ ਪਿੰਜਰੇ ਵਿੱਚ 2 ਸ਼ੇਰ ਪਾਏ ਹੋਏ ਸਨ। ਪਰ ਤਮਾਸ਼ੇ ਵੇਲੇ ਇੱਕ ਆਦਮੀ ਉਹਨਾਂ ਦੋਨਾਂ ਨਾਲ ਘੁਲਦਾ ਹੁੰਦਾ ਸੀ। ਇਸੇ ਤਰ੍ਹਾਂ ਉਹਨਾਂ ਨਾਲ ਇੱਕ ਇਸਤਰੀ ਵੀ ਤਮਾਸ਼ਾ ਕਰਨੇ ਵਾਲੀ ਸੀ, ਸ਼ੇਰਾਂ ਦੇ ਗਲ ਨੂੰ ਜੱਫੀ ਪਾ ਕੇ ਪਿਆਰ ਦਿੰਦੀ ਸੀ ਅਰ ਛੜੀ ਨਾਲ ਉਹਨਾਂ ਦੀ ਪਿੱਠ ਨੂੰ ਝਾੜਦੀ ਸੀ, ਜਿਸ ਪਰ ਸ਼ੇਰ ਖੜੇ ਜਾਂ ਬੈਠੇ ਪ੍ਰੇਮ ਵਿੱਚ ਆ ਕੇ ਪੂਛ ਹਿਲਾਈ ਜਾਂਦੇ ਸਨ। ਸੋ ਇਸੇ ਤਰ੍ਹਾਂ ਉਹਨਾਂ ਨੇ ਸ਼ੇਰਾਂ ਨੂੰ ਇੱਥੋਂ ਤੱਕ ਹਿਲਾ ਲੀਤਾ ਹੋਵੇਗਾ ਜੋ ਅਸਵਾਰੀ ਦਾ ਕੰਮ ਦੇਣ ਲੱਗੇ ਹੋਣਗੇ, ਜੈਸਾ ਕਿ ਕੁੱਤੇ ਜਾਂ ਬੱਕਰੇ ਜਿਹੀ ਬੱਗੀ ਨੂੰ ਘੋੜੇ ਦੀ ਜਗ੍ਹਾ ਖਿੱਚਣ ਲਈ ਹਿਲਾਏ ਜਾਂਦੇ ਹਨ। ਸੋ ਕੋਈ ਅਲੌਕਿਕ ਬਾਤ ਨਹੀਂ ਹੈ। ਦੂਸਰਾ, ਸਾਰੇ ਦੁਸ਼ਮਣਾਂ ਨੂੰ ਨਸ਼ਾ ਦੇਣਾ ਅਰ ਮਾਰ ਦੇਣਾ ਇਸ ਹਾਲਤ ਵਿੱਚ ਕੋਈ ਵੱਡੀ ਬਾਤ ਨਹੀਂ ਹੈ, ਕਿਉਂਕਿ ਉਸ ਸਮੇਂ ਵਿੱਚ ਲੜਕੀ ਨਿਰੀ ਤੇਗ ਬਰਛੀ ਕਟਾਰ ਅਤੇ ਗਦਾ ਦੀ ਹੀ ਹੁੰਦੀ ਸੀ। ਬੰਦੂਕ ਜਾਂ ਤੋਪ ਉਸ ਸਮੇਂ ਵਿੱਚ ਨਹੀਂ ਹੁੰਦੀ ਸੀ। ਸੋ ਜਦ ਉਹ ਸੁੰਭ ਜੈਸੇ ਮਰਹੱਟੇ ਜਿਨ੍ਹਾਂ ਨੂੰ ਉਹ ਰਾਖਸ਼ ਸੱਦਦੇ ਸਨ ਆਉਂਦੇ ਸੇ, ਤਦ 4 ਤਰ੍ਹਾਂ ਦੀ ਫੌਜਾਂ ਜੋੜ ਕੇ ਆਉਂਦੇ ਸੀ, ਜਿਨ੍ਹਾਂ ਵਿੱਚ ਹਾਥੀ, ਘੋੜੇ, ਪਿਆਦੇ ਅਰ ਰੱਥ ਹੁੰਦੇ ਸਨ। ਪਰੰਤੂ ਰੱਥਾਂ ਦਾ ਤਾਂ ਪਹਾੜ ਵਿੱਚ ਕੰਮ ਹੀ ਨਹੀਂ ਸੀ ਹੁੰਦਾ, ਕੇਵਲ 3 ਤਰ੍ਹਾਂ ਦਾ ਹੀ ਸਮਾਨ ਲੋੜੀਦਾ ਸੀ, ਜਿਸ ਤੇ ਜਦ ਉਹ ਦੇਵੀ ਦੇਵਤੇ ਪਰ ਅਸਵਾਰ ਹੋ ਕੇ ਹੱਥ ਤਲਵਾਰ ਪਕੜ ਕੇ ਨਿਕਲਦੀ ਸੀ, ਸ਼ੇਰ ਹਾਥੀਆਂ ਜਾਂ ਘੋੜਿਆਂ ਨੂੰ ਦੇਖ ਕੇ ਭਬਕਤਾ ਸਾ, ਤਦ ਉਹ ਘੋੜੇ ਅਤੇ ਪਿਆਦੇ ਸੁਭਾਵਕ ਹੀ ਉਸ ਦੇ ਭਿਆਨਕ ਰੂਪ ਤੇ ਡਰੇ ਹੋਏ ਨੱਸ ਜਾਂਦੇ ਸਨ। ਅਰ ਦੇਵੀ ਜਦ ਸ਼ੇਰ ਨੂੰ ਲਲਕਾਰਦੀ ਸੀ ਤਦ ਜਾਂਦਾ ਹੀ ਦੁਸ਼ਮਣ ਦੇ ਟੁਕੜੇ ਟੁਕੜੇ ਕਰ ਦਿੰਦਾ ਸੀ ਅਰ ਮਾਰਕੁੱਟ ਅਤੇ ਚੀਰ ਫਾੜ ਕੇ ਫਿਰ ਪਹਾੜਾਂ ਵਿੱਚ ਜਾ ਵੜਦੀ ਸੀ। ਇਸ ਵਾਸਤੇ ਇਹ ਬਾਤ ਕੋਈ ਨਵੀਂ ਨਹੀਂ ਹੈ ਅਰ ਨਾ ਕੋਈ ਕਰਾਮਾਤ ਜਾਂ ਅਚੰਭਾ ਹੀ ਹੈ, ਕਿੰਤੂ ਕੇਵਲ ਉਹਨਾਂ ਦੀ ਦਲੇਰੀ ਅਰ ਅਭਿਆਸ ਦਾ ਹੀ ਫਲ ਹੈ। ਫਿਰ ਇਹ ਲੜਕੀਆਂ ਜੰਗ ਦੇ ਕਰਨੇ ਕਰਕੇ ਅਰ ਛਤਰੀ ਰਾਜਪੂਤਾਂ ਦੀਆਂ ਕੰਨਿਆਂ ਹੋਣ ਕਰਕੇ ਮਾਂਸਾਹਾਰੀ ਹੁੰਦੀਆਂ ਸਨ। ਇਸੇ ਵਾਸਤੇ ਇਹਨਾਂ ਨੂੰ ਲੋਕ ਬੱਕਰੇ ਨਜ਼ਰਾਂ ਲੈ ਕੇ ਮਿਲਦੇ ਸਨ, ਜਿਸ ਤੇ ਅੱਜ ਤੱਕ ਵੀ ਉਹ ਰਸਮ ਚਲੀ ਆਉਂਦੀ ਹੈ, ਜੋ ਉਹਨਾਂ ਦੇ ਭਾਉਣਾ ਅੱਗੇ ਲੋਕ ਬੱਕਰੇ ਬਲੀ ਦਿੰਦੇ ਹਨ। ਇੱਕ ਹੋਰ ਵੱਡਾ ਚੰਗਾ ਇਸ ਬਾਤ ਦਾ ਸਬੂਤ ਹੈ ਜੋ ਸਿੱਧ ਕਰਦਾ ਹੈ ਕਿ ਉਹ ਸੂਰਬੀਰ ਲੜਕੀਆਂ ਹੀ ਸਨ, ਜੋ ਇਹ ਹੈ
ਕਿ ਜਦ ਪਹਾੜ ਵਿੱਚ ਉਹਨਾਂ ਦੇ ਰੂਪ ਦੇਖੀਦੇ ਹਨ ਤਾਂ ਬਹੁਤ ਮਨੋਹਰ ਗੋਰੇ ਰੰਗ ਦੀਆਂ ਹੁੰਦੀਆਂ ਹਨ, ਪਰੰਤੂ ਜਦ ਗਰਮ ਦੇਸ਼ ਕਲਕੱਤੇ ਵਿੱਚ ਉਸ ਦੇ ਰੂਪ ਨੂੰ ਦੇਖੀਦਾ ਹੈ ਤਦ ਮਹਾਕਾਲੇ ਭਿਆਨਕ ਰੰਗ ਵਾਲੀ ਹੈ, ਜਿਸ ਨੂੰ ਕਾਲੀ ਕਲਕੱਤੇ ਵਾਲੀ ਸੱਦਦੇ ਹਨ। ਇਸ ਦਾ ਕਾਰਨ ਇਹ ਹੈ ਕਿ ਕਲਕੱਤਾ ਬੰਗਾਲ ਅਰ ਪੂਰਬ ਦੀ ਸੰਧ ਵਿੱਚ ਹੈ, ਜਿਸ ਤੇ ਉਸ ਜਗ੍ਹਾ ਦੇ ਲੋਕ ਕਾਲੇ ਰੰਗ ਦੇ ਹੁੰਦੇ ਹਨ, ਕਿਉਂਕਿ ਉੱਥੇ ਗਰਮੀ ਜ਼ਿਆਦਾ ਪੈਂਦੀ ਹੈ। ਇਸੇ ਵਾਸਤੇ ਉਹ ਬੰਗਾਲਣ ਲੜਕੀ ਹੋਣ ਦੇ ਕਾਰਨ ਕਾਲੀ ਸੀ ਔਰ ਉਸ ਦਾ ਨਾਮ ਵੀ ਕਾਲੀ ਪੈ ਗਿਆ, ਜਿਸ ਤੇ ਇਹ ਸਾਬਤ ਹੁੰਦਾ ਹੈ ਕਿ ਇਹ ਪਹਾੜੀ ਦੀ ਕੰਢੀ ਹੀ ਚਲੀਆਂ ਗਈਆਂ ਸਨ ਔਰ ਦੁਸ਼ਮਣਾਂ ਨਾਲ ਲੜਨਾ ਇਹਨਾਂ ਦਾ ਕੰਮ ਸੀ। ਇਸ ਜਗ੍ਹਾ ਜਾ ਕੇ ਇੱਕ ਹੋਰ ਰੰਗ ਵੀ ਬਦਲ ਗਿਆ ਹੈ ਜੋ ਉਸ ਦੀ ਭੇਟਾ ਝੋਟਾ ਚੜਾਉਂਦੇ ਹਨ। ਇਸ ਦਾ ਕਾਰਨ ਇਹੋ ਹੈ ਜੋ ਬੰਗਾਲ ਵਿੱਚ ਮੱਛੀਆਂ ਦਾ ਖਾਣਾ ਔਰ ਝੋਟੇ ਦਾ ਖਾਣਾ ਬੁਰਾ ਨਹੀਂ ਸਮਝਦੇ ਸੇ, ਜੈਸਾ ਕਿ ਜਗਨਨਾਥ ਵਿੱਚ ਵੀ ਝੋਟਾ ਹੀ ਬਲੀ ਦਿੱਤਾ ਜਾਂਦਾ ਹੈ, ਪਰੰਤੂ ਅੱਜ ਕੱਲ ਇਸ ਦੇਸ਼ ਦੇ ਵੱਲੋਂ ਦੇਖ ਕੇ ਬਹੁਤੇ ਬੰਗਾਲੀ ਲੋਕ ਖਾਂਦੇ ਨਹੀਂ ਹਨ ਔਰ ਬਲੀ ਜ਼ਰੂਰ ਦਿੰਦੇ ਹਨ, ਕਿੰਤੂ ਖਾ ਲੈਣਾ ਵੀ ਉਹਨਾਂ ਦੇ ਖਿਆਲ ਵਿੱਚ ਕੋਈ ਬੁਰਾ ਨਹੀਂ ਸਮਝਿਆ ਜਾਂਦਾ। ਦੋਹਰਾ ਇਹ ਸਾਰੇ ਸਬੂਤ ਹਨ ਇਸ ਦੇ ਵਿੱਚ ਗਵਾਹ ਜਿਹੜੇ ਦੇਵੀ ਪੁਣੇ ਦਾ ਠੀਕ ਬਤਾਉਣ ਰਾਹ, ਭਾਵ ਇਹ ਸਾਰੇ ਹਾਲਾਤ ਸਾਬਤ ਕਰਦੇ ਹਨ ਕਿ ਉਹ ਦੇਵੀ ਜਿਨ੍ਹਾਂ ਨੂੰ ਲੋਕ ਈਸ਼ਵਰ ਦੀਆਂ ਸਮਰੱਥਾ ਜਾਂ ਜੋਤੀਆਂ ਸਮਝ ਕੇ ਪੂਜਦੇ ਹਨ ਸੋ ਰਾਜਪੂਤ ਛਤਰੀਆਂ ਦੀਆਂ ਰਾਜਕੁਮਾਰੀਆਂ ਸਨ ਔਰ ਹੋਰ ਕੋਈ ਐਸੀ ਬਾਤ ਨਹੀਂ ਸੀ ਜੋ ਲੋਕਾਂ ਨੇ ਖਿਆਲ ਕੀਤੇ ਹੋਏ ਹਨ। ਇਸ ਵਾਸਤੇ ਇਹਨਾਂ ਵਿੱਚ ਈਸ਼ਵਰ ਬੁੱਧ ਤਿਆਗ ਕੇ ਧਰਮਾਤਮਾ ਰਾਜਕੁਮਾਰੀਆਂ ਸਮਝ ਕੇ ਇਹਨਾਂ ਦੀ ਇੱਜ਼ਤ ਕਰਨੀ ਕੋਈ ਬੁਰੀ ਬਾਤ ਨਹੀਂ ਹੈ, ਪਰੰਤੂ ਇਹਨਾਂ ਨੂੰ ਈਸ਼ਵਰ ਮੰਨਣਾ ਐਸਾ ਹੀ ਗੱਪ ਹੈ ਜੈਸਾ ਕੱਛੂ ਜਾਂ ਮੱਛ ਆਦਿਕ ਨੂੰ ਮੰਨਿਆ ਗਿਆ ਹੈ, ਜਾਂ ਰਾਮਚੰਦ ਅਤੇ ਕ੍ਰਿਸ਼ਨ ਨੂੰ ਲੋਕ ਆਪਣੀ ਭੁੱਲ ਨਾਲ ਈਸ਼ਵਰ ਦਾ ਅਵਤਾਰ ਮੰਨਦੇ ਹਨ। ਦੋਹਰਾ ਐਸੀ ਧਰਮ ਪ੍ਰਚਾਰਕਾ ਸ਼ੂਰਬੀਰ ਗੁਣ ਦਾਰ ਸਦ ਆਦਰ ਦੇ ਯੋਗ ਹਨ, ਚਾਹੀਏ ਤਿੰਨ ਸਤਕਾਰ ਪਰ ਪਰਮੇਸ਼ਰ ਜਾਣ ਕੇ ਨਾ ਵਰ ਤਿੰਨ ਤੇ ਮੰਗ, ਸ਼ੋਭਾ ਕਰ ਜਿਤਨੀ ਬਨੇ ਜਿੰਨਾ ਕਰੇ ਸੇ ਜੰਗ। ਦੁਰਗਾ ਭਗਤ। ਦੋਹਰਾ ਨਵੇਂ ਤੂੰ ਦੱਸਦਾ ਭੇਦ ਮਸਾਲੇਦਾਰ, ਜਿਸ ਤੇ ਕਰਨਾ ਪਏਗਾ ਦੁਰਗਾ ਤੇ ਇਨਕਾਰ, ਪਰ ਉਹ ਹੈ ਸਨ ਲੜਕੀਆਂ ਸੁੰਦਰ ਰੂਪ ਉਦਾਰ, ਬਿਆਹੋਂ ਕਰ ਇਨਕਾਰ ਜੋ ਕਰਦੀ ਜੰਗ ਉਦਾਰ। ਇਸ ਦਾ ਕਿਆ ਪ੍ਰਮਾਣ ਹੈ ਪਾਸ ਤੁਸਾਂ ਦੇ ਦੱਸ, ਬਿਨਾਂ ਦਲੀਲ ਨਾ ਮਨਸ਼ਾ ਜਾਂ ਬਿਨਾਂ ਦਲੀਲ ਨਾ ਮੰਨ ਸਾਂ, ਜੇ ਤੂੰ ਛੱਡੇ ਹੱਸ। ਭਾਵ ਇਸ ਤਰ੍ਹਾਂ ਦਾ ਖਿਆਲ ਕਰਨਾ ਕਿ ਉਹ ਰਾਜਪੂਤ ਰਾਜਿਆਂ ਦਾ ਜਾਂ ਰਾਣਿਆਂ ਦੀਆਂ ਕੰਨਿਆਂ ਸਨ ਅਤੇ ਮਰਹੱਟੇ ਲੋਕ ਉਹਨਾਂ ਨੂੰ ਸੁੰਦਰ ਰੂਪ ਦੇਖ ਕੇ ਵਰਤਣਾ ਚਾਹੁੰਦੇ ਸਨ, ਜਿਸ ਪਰ ਉਹ ਜੰਗ ਕਰਦੀਆਂ ਹੁੰਦੀਆਂ ਸਨ। ਇੱਕ ਅਨੁਮਾਨ ਹੈ, ਪਰੰਤੂ ਫਿਰ ਵੀ ਜੇ ਇਸ ਬਾਤ ਨੂੰ ਸੱਚ ਮੰਨਿਆ ਜਾਵੇ ਤਾਂ ਸਾਨੂੰ ਕਿਸੇ ਦ੍ਰਿਸ਼ਟਾਂਤ ਅਤੇ ਪ੍ਰਮਾਣ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ, ਕਿਉਂਕਿ ਇਹ ਧਰਮ ਦੇ ਨਿਸ਼ਚੇ ਨੂੰ ਨਿਰਾ ਹਾਸੀ ਵਾਲੀ ਬਾਤ ਤੇ ਹੀ ਮੰਨ ਲੈਣਾ ਠੀਕ ਨਹੀਂ ਹੁੰਦਾ, ਕਿੰਤੂ ਉਸ ਪਰ ਜ਼ਰੂਰ ਵਿਚਾਰ ਕਰਨਾ ਯੋਗ ਹੈ। ਤਤ ਖਾਲਸਾ। ਦੋਹਰਾ ਇਹ ਤਾਂ ਸਿਆਣੀ ਗੱਲ ਹੈ, ਕਰਨ ਵਿਵੇਚਨ ਜੋਏ, ਐਸੇ ਉੱਤਰ ਪਰ ਨਹੀਂ ਗੁੱਸਾ ਕਰਦਾ ਕੋਏ। ਦੋਹਰਾ ਪਹਿਲੇ ਤਾਂ ਤੂੰ ਸੋਚ ਇਸ ਨੂੰ, ਜੋ ਪ੍ਰਗਟ ਸੰਸਾਰੇ ਵਿੱਚ ਤਰੀਖਾਂ ਲਿਖੇ ਪਏ ਹਨ ਸਾਰੇ ਪੁਆਰੇ, ਸੁੰਦਰ ਨਾਰਾਂ ਪਿੱਛੇ ਲੜਦੇ ਰਹੇ ਅਨਰਥੀ ਰਾਧੇ, ਖੂਨ ਬਹਾਏ ਨਦੀਆਂ ਵਾਂਗ ਘਾਉ ਅੱਜ ਤੱਕ ਤਾਜ਼ੇ। ਰਾਜਪੂਤ ਰਾਜਾ ਦੀ ਰਾਣੀ ਜੋ ਸੀ ਕਮਲਾ ਦੇਵੀ, ਇਲਾਵਦੀਨ ਲੜਾਈਆਂ ਕਰਕੇ ਖੋ ਲਈ ਨਿਜ ਭੇਵੀ। ਮੁਸਲਮਾਨ ਬਾਦਸ਼ਾਹ ਰੱਖੀ ਆਪਣੀ ਬੇਗਮ ਕਰਕੇ, ਜਿਸ ਪਿੱਛੇ ਸੇ ਲੜੇ ਬਹਾਦਰ ਜਾਨ ਤਲੀ ਪਰ ਧਰ ਕੇ। ਫਿਰ ਉਸ ਦੀ ਜੋ ਸੁੰਦਰ ਬੇਟੀ ਦੇਵਲ ਦੇਵੀ ਦੱਸੀ, ਉਹ ਖਿਲਜੀ ਦੇ ਪੁੱਤਰ ਦੇ ਘਰ ਨਾਰੀ ਹੋ ਕੇ ਵਸੀ। ਬਾਪ ਪੂਤ ਨੇ ਮਾਵਾਂ ਧੀਆਂ ਆਪਣੇ ਘਰੀ ਵਸਾਈਆਂ, ਨਾਲ ਲੜਾਈ ਯੁੱਧ ਜੰਗ ਦੇ ਜੋ ਸਨਮਾਲ ਪਰਾਈਆਂ। ਫਿਰ ਪਦਮਨੀ ਦਾ ਜੋ ਕਿੱਸਾ ਪੜ ਲੈਵੇਂ ਇੱਕ ਵੇਰੀ, ਅੱਖੀ ਵਾਂਗ ਨਦੀ ਦੇ ਵਗਣ ਸ਼ੁਕਨ ਨਾਹੀ ਤੇਰੀ। ਅੱਖੀ ਵਾਂਗ ਨਦੀ ਦੇ ਵਗਣ ਸੁੱਕਣ ਨਾਹੀ ਤੇਰੀ।
ਉਸ ਪਿੱਛੇ ਜਦ ਪਿਆ ਬਾਦਸ਼ਾਹ, ਚਾਹੇ ਆਪ ਨਕਾਹੀ ਆਰ ਰਾਜਪੂਤ ਭੂਪ ਨੇ ਉਸ ਪਰ ਜੀਉਣ ਆਸਾ ਲਾਹੀ। ਜਾਨਾ ਟੁਕ ਕੇ ਲੜੇ ਸੂਰਮੇ, ਕੱਢ ਵੱਢ ਤਨ ਸੁੱਟੇ ਓੜਕ। ਜਾਨਾ ਟੁਕ ਕੇ ਲੜੇ ਸੂਰਮੇ, ਕੱਟ ਵੱਢ ਤਨ ਸੁੱਟੇ ਓੜਕ ਨੂੰ। ਫਿਰ ਰਾਜਪੂਤ ਸੇ ਤੁਰਕਾਂ ਅੱਗੇ ਹੱਟੇ, ਦੇਕਰ ਜਾਨਾ ਗਏ ਸਵਰਗ ਨੂੰ ਲੈ। ਯਸ਼ ਤਿਲਕ ਬਹਾਦਰ ਅੱਜ ਤੀਕ ਹੈ, ਵਿੱਚ ਜੱਗ ਦੇ ਠੀਕ ਜਿਨ੍ਹਾਂ ਦਾ ਆਦਰ। ਪਰਿਓ ਰਾਜਪੂਤ ਦੀ ਬੇਟੀ ਅਹੋ ਪਦਮਨੀ ਦੇਵੀ, ਗੈਰਤ ਖਾ ਕੇ ਵਿੱਚ ਕਿਲੇ ਦੇ ਰਾਮ ਰਾਮ ਮੁਖ ਸੇਵੀ। ਕਰਕੇ ਚਿਖਾ ਬਹੀ ਤਿਸ ਉੱਪਰ ਜਲ ਕੇ ਰਾਖ ਬਣਾਈ, ਆਪਣੇ ਪਤੀ ਬਹਾਦਰ ਨੂੰ ਜਿਨ ਲਾਜ ਨਾ ਜਗ ਵਿੱਚ ਲਾਈ। ਤੋੜ ਕਿਲੇ ਨੂੰ ਬਾਦਸ਼ਾਹ ਜਦ ਅੰਦਰ ਗਿਆ ਨਕਾਰਾ, ਕਹਾਂ ਪਦਮਨੀ ਤੁਰਤ ਬਤਾਓ ਐਸੇ ਮੁਖੋਂ ਉਚਾਰਾ। ਤਦ ਇੱਕ ਟਹਿਲਣ ਤੁਰਤ ਖਾਕ ਦੀ ਮੁੱਠੀ ਭਰ ਕੇ ਭਾਰੀ, ਬਾਦਸ਼ਾਹ ਦੇ ਸਿਰ ਪਰ ਮਾਰੀ ਇਹ ਪਦਮਨੀ ਪਿਆਰੀ। ਜਲਦੀ ਚਿਖਾ ਦੇਖ ਕਰ ਉਥੇ ਬਾਦਸ਼ਾਹ ਪਛਤਾਇਆ, ਆਖੇ ਸੋ ਵੀ ਹੱਥ ਨ ਆਈ ਜਿਸ ਪਰ ਜੰਗ ਮਚਾਇਆ। ਹੋਏ ਨਿਰਾਸ਼ ਪਿਛਾਹਾਂ ਮੁੜਿਆ, ਆਸ ਹਿਰਦੇ ਦੀ ਖੋਈ। ਅੱਜ ਤੀਕ ਇਹ ਨਵੀਂ ਬਾਤ ਹੈ, ਵਿੱਚ ਤਰੀਖਾਂ ਜੋਈ। ਦੋਹਰਾ ਇਸ ਤੇ ਸਾਬਤ ਹੋ ਗਿਆ, ਨਾਰਾਂ ਬਦਲੇ ਜੰਗ। ਕਰਦੇ ਸੇ ਦੁਰ ਆਦਮੀ, ਧਰਮ ਆਪਣਾ ਭੰਗ। ਇਸੇ ਤਰ੍ਹਾਂ ਨਿਰਪ ਸ਼ੁੰਭ ਸੇ ਵਰਨਾ ਚਹਨ ਜਹਾਨ, ਜੋ ਸਨ ਸੁੰਦਰ ਕੰਨਿਆ ਰਾਜਕੁਮਾਰ ਮਹਾਨ। ਹੁਣ ਇਸ ਪਰ ਪ੍ਰਮਾਣ ਮੈਂ ਦਸਮ ਗ੍ਰੰਥੋਂ ਕੱਢ, ਤੇਰੇ ਤਾਈਂ ਦੱਸ ਕੇ ਦਿਆਂ ਬਖੇੜਾ ਵੱਢ। ਜਿਸ ਪਰ ਤੈਨੂੰ ਆਪ ਸੀ ਪੂਰਾ ਤੁਰਤ ਯਕੀਨ, ਮੁੜ ਕੇ ਐਸੀ ਬਾਤ ਪਰ ਡੋਲੇ ਚਿੱਤ ਕਬੀਨ। ਯਥਾ ਚੰਡੀ ਚਰਿਤ੍ਰ ਦਸਮ ਗ੍ਰੰਥ। ਮਾਰਕੰਡੇ ਪੁਰਾਣ ਦਾ ਤਰਜਮਾ ਜੋ ਦਸਮ ਗ੍ਰੰਥ ਵਿੱਚ ਪਾਇਆ ਜਾਂਦਾ ਹੈ, ਜਿਸ ਨੂੰ ਚੰਡੀ ਦੀ ਵਾਰ ਸੱਦਦੇ ਹਨ, ਉਸ ਵਿੱਚ ਚੰਡੀ ਨਾਮੇ ਦੇਵੀ ਦੇ ਲੱਛਣ ਉਹੀ ਦੱਸੇ ਹਨ ਜੋ ਸੁੰਦਰ ਰਾਜਪੂਤ ਕੰਨਿਆ ਦੇ ਹੋਣੇ ਚਾਹੀਦੇ ਹਨ। ਔਰ ਉਸ ਦੇ ਰੂਪ ਵਸ ਹੋ ਕੇ ਸ਼ੁੰਭ ਨੇ ਵੀ ਖਿਲਜੀ ਬਾਦਸ਼ਾਹ ਵਾਲਾ ਹੀ ਹੱਥ ਕੀਤਾ ਸਾ। ਯਥਾ ਸਵਈਆ ਕੰਚਨ ਸੋ ਤਨ ਖੰਜਨ ਸੇ, ਦ੍ਰਿਗ ਕੰਜਨ ਦੀ ਸੁਖਮਾ ਸੋ ਕੱਚੀ ਹੈ ਲੈ। ਕਰਤਾਰ ਸੁਧਾਰਕ ਮੈਂ ਮਦ ਮੂਰਤ ਸੀ, ਅੰਗ ਅੰਗ ਰਚੀ ਹੈ। ਆਨਨ ਸੀ ਸਰ ਕੋਸ਼ਿਸ਼ ਨਾਹਨ, ਔਰ ਕਛੂ ਉਪਮਾ ਨ ਬਚੀ ਹੈ। ਸ਼੍ਰਿੰਗ ਸੁਮੇਰ ਕੇ ਚੰਡ ਬਿਰਾਜਿਤ, ਮਾਨੋ ਸਿੰਘਾਸਨ ਬੈਠੀ ਸੱਚੀ ਹੈ। ਦੋਹਰਾ ਐਸੇ ਸ਼੍ਰਿੰਗ ਸੁਮੇਰ ਦੇ ਕੇ ਸੋਭਤ ਚੰਡ ਪ੍ਰਚੰਡ, ਐਸੇ ਸ਼੍ਰਿੰਗ ਸੁਮੇਰ ਕੇ ਸੋਭਤ ਚੰਡ ਪ੍ਰਚੰਡ। ਚੰਦਰਹਾਸ ਕਰ ਕਰ ਧਰੇ ਜਨ ਜਮ ਲੀਨੇ ਦੰਡ। किसी काज को दैत एक आए गयो तिन, ते ठाए निरख रूप बर चंड को गिरयो मूर्छा खाए। नमस्कार कर सोच कै, नमस्कार कर जोर कै कही चंड मोह बात। जा नमस्कार कर जोर कै करी चंड सो बात। नृप शुंभ कै भ्रात हो कहीं बचन सकचात। तीन लोग जिन बस किए आर बल भुजा प्रचंड। ऐसो भूपत शुंभ है ताहें बरोबर चंड। सुन राक्षस की बात को देवी उत्तर दीन। युद्ध करे बिन ना बुरो सुनो दैत मतोहीन। दोहरा ए सुन दानव चपल गत गयो शुंभ के पास। पर पायन कर जोर कै करी एक अरदास। और रतन नृपधाम तुम त्रिय रतन किते हीन। बधु एक मन में बसे ते तुम बरो प्रवीण। सूरठा सुनी मनोहर बात नृप बूझो पुन ताए को। मोसो कहिए भ्रात वर्णन ताहे शरीर को। सवैया हरसो सुख है हरती दुख है। हरसो सुख है हरती दुख है। अलक हार हार प्रभा हरणी है। लोचन है हर से सर से हर भी हर सी भूटे हर सी बरनी है। केहर सो करहा चलबो हर पै हर की हरनी तरनी है कर मैं हर पै हर सो हर रूप किए हर की धरनी है। कबित
ਮੇਨ ਮੁਰਝਾਨੇ ਕੰਜ ਖੰਜਨ ਖਿਮਾਨੇ। ਮੇਨ ਮੁਰਝਾਨੇ ਕੰਜ ਖੰਜਨ ਖਿਸਾਨੇ। ਅਲ ਫਿਰਤ ਦੀਵਾਨੇ ਬਲ ਡੋਲੇ ਜਿਤ ਤਿਤ ਹੀ। ਕੀਰ ਓ ਕਪੋਤ ਬਿੰਬ ਕੋਕਲਾ ਕਲਾਪੀ ਬਨ ਲੂਟੇ ਫੂਟੇ ਫਿਰੈ ਮਨ ਚੈਨੋ ਨਾ ਕਿਤ ਹੀ। दारम दर्क गायो देख दसनान पान। रूप ही की क्रांत जग फैल रही सित ही। ऐसी गुण सागर उजागर सो नागर है लीनो मन मेरो हर नैन कोर चित ही। दोहरा बात दैंत दी सुंभ सुन बोलियो कुछ मुस्कात। चतुर दूत को भेजिए लख आवे ते कहात। दोहरा बहुत कही उन दैत अब कीजा एक विचार। जो लायक भट सैन मैं भेजो दे अधिकार। सवैया बैठ हो तो नृप मद सभा उठ के कर जोर कहो जाओ। बातन तेरे जवाए मिलाए हो नातर केसन गह लियाओ। क्रोध करै तब युद्ध करो रण श्रोतन। रण श्रोणत सरतान बहाओ। लोचन धूम कह बल अपनो साथ पाड़ उडाओ। ਚੰਡੀ ਚਰਿੱਤਰ ਦੇ ਇਹਨਾਂ ਛੰਦਾਂ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਉਹ ਕੋਈ ਜਵਾਨ ਉਮਰਾਂ ਦੀ ਸੁੰਦਰ ਇਸਤਰੀ ਸੀ, ਜਿਸ ਸ਼ੋਭਾ ਇਸ ਤਰ੍ਹਾਂ ਦੀ ਕੀਤੀ ਹੈ ਕਿ ਸੋਨੇ ਵਰਗਾ ਰੰਗ, ਮੱਛੀ ਵਰਗੀ ਅੱਖਾਂ ਨੂੰ ਦੇਖ ਕੇ ਕਵਲ ਵੀ ਲੱਜਾਵਾਨ ਹੋ ਜਾਏ। ਜਿਸ ਦੇ ਮੁਖ ਦੀ ਸੁੰਦਰਤਾ ਦੇ ਅੱਗੇ ਕਰੋੜਾਂ ਚੰਦ ਵੀ ਕੁਛ ਨਾ ਹਨ ਅਤੇ ਪਹਾੜੀ ਦੀ ਚੋਟੀ ਪਰ ਬੈਠੀ ਇਸ ਤਰ੍ਹਾਂ ਸ਼ੋਭਾ ਪਾਉਂਦੀ ਹੈ ਮਾਨੋ ਸੱਚੀ ਇੰਦਰ ਦੀ ਇੰਦਰਾਣੀ ਸਿੰਘਾਸਨ ਪਰ ਬੈਠੀ ਹੈ। ਜਿਸ ਦੇ ਰੂਪ ਨੂੰ ਦੇਖ ਕੇ ਸੁੰਭ ਰਾਜਾ ਦਾ ਭਾਈ ਬੇਹੋਸ਼ ਹੋ ਗਿਆ ਔਰ ਫਿਰ ਉਸ ਨੂੰ ਆਪਣੇ ਭਾਈ ਰਾਜਾ ਸੁੰਭ ਦਾ ਪ੍ਰਤਾਪ ਉਸ ਨਾਲ ਵਿਆਹ ਕਰਨ ਦੀ ਦਰਖਾਸਤ ਕੀਤੀ, ਜਿਸ ਨੂੰ ਸੁਣ ਕੇ ਉਸਨੇ ਇਹੋ ਉੱਤਰ ਦਿੱਤਾ ਕਿ ਮੈਂ ਉਸ ਨਾਲ ਤਾਂ ਵਿਆਹ ਕਰਾਵਾਂਗੀ ਜੇ ਮੇਰੇ ਨਾਲ ਯੁੱਧ ਕਰਕੇ ਮੈਨੂੰ ਜਿੱਤ ਲਏਗਾ। ਇਸ ਬਾਤ ਨੂੰ ਸੁਣ ਕੇ ਉਸ ਆਦਮੀ ਨੇ ਆਪਣੇ ਭਾਈ ਸੁੰਭ ਪਾਸ ਉਸ ਦੀ ਸ਼ੋਭਾ ਕੀਤੀ ਔਰ ਕਿਹਾ ਕਿ ਹੋਰ ਪਦਾਰਥ ਤਾਂ ਤੇਰੇ ਪਾਸ ਸਾਰੇ ਹਨ, ਪਰੰਤੂ ਅਜਿਹੀ ਸੁੰਦਰ ਰੂਪਵਤੀ ਇਸਤਰੀ ਤੇਰੇ ਪਾਸ ਨਹੀਂ ਹੈ। ਸੋ ਜੇ ਉਸ ਨੂੰ ਵਾਰ ਲਵੇਂ ਤਾਂ ਸਭ ਕੁਝ ਤੇਰੇ ਪਾਸ ਹੋ ਸਕਦਾ ਹੈ। ਜਿਸ ਪਰ ਰਾਜਾ ਸੁੰਭ ਨੇ ਉਸ ਦੀ ਸਰੀਰਕ ਸੁੰਦਰਤਾ ਪੁੱਛੀ, ਜਿਸ ਦੇ ਉੱਤਰ ਵਿੱਚ ਉਸਨੇ ਫਿਰ ਇਹੋ ਆਖਿਆ ਕਿ ਚੰਦਰਮਾ ਵਰਗਾ ਉਸ ਦਾ ਮੁਖ ਦੁੱਖਾਂ ਦੇ ਦੂਰ ਕਰਨੇ ਹਾਰਾ ਹੈ ਔਰ ਉਸ ਦੀਆਂ ਜ਼ੁਲਫਾਂ ਨਾਗ ਜੈਸੀਆਂ ਹਨ, ਬਲਕਿ ਉਸ ਦੀ ਸ਼ੋਭਾ ਨੂੰ ਵੀ ਦੂਰ ਕਰਨ ਹਾਰੀਆਂ ਹਨ। ਇਸੇ ਤਰ੍ਹਾਂ ਉਸ ਦੀ ਸੁੰਦਰਤਾ ਦੱਸ ਕੇ ਸਾਬਤ ਕੀਤਾ ਕਿ ਉਸ ਦੀ ਅੱਖੀਆਂ ਨੂੰ ਦੇਖ ਕੇ ਮੱਛੀ, ਮਮੋਲੇ ਅਤੇ ਕਵਲ ਵੀ ਸ਼ਰਮਾ ਗਏ ਹਨ ਅਤੇ ਬਣਾ ਵਿੱਚ ਭੜਕ ਰਹੇ ਹਨ ਅਤੇ ਉਸ ਦੇ ਬੋਲ ਨੂੰ ਸੁਣ ਕੇ ਤੋਤੇ, ਕਬੂਤਰ, ਪਪੀਹੇ ਅਤੇ ਕੋਇਲ ਅਜਿਹੇ ਹੋ ਗਏ ਹਨ ਜਿਸ ਤਰ੍ਹਾਂ ਕੋਈ ਲੁੱਟਿਆ ਪੁੱਟਿਆ ਜਾਂਦਾ ਹੈ। ਫਿਰ ਉਸ ਦੇ ਦੰਦਾਂ ਦੀ ਸੁੰਦਰਤਾ ਨੂੰ ਦੇਖ ਕੇ ਅਨਾਰਾਂ ਦੀ ਵੀ ਪੰਕਤੀ ਹੱਲ ਗਈ ਹੈ, ਜਿਸ ਤੇ ਮੇਰਾ ਮਨ ਉਸ ਨੇ ਅਜਿਹਾ ਮੋਹਿਆ ਜੋ ਹੋਸ਼ ਨਾ ਰਹੀ। ਜਦ ਸੁੰਭ ਨੇ ਆਪਣੇ ਭਾਈ ਦੀ ਇਹ ਬਾਤ ਸੁਣੀ ਤਦ ਆਖਣ ਲੱਗਾ ਕਿ ਜੇ ਅਜਿਹੀ ਸੁੰਦਰ ਹੈ ਤਾਂ ਉਸ ਦੇ ਪ੍ਰੇਰਨੇ ਵਾਸਤੇ ਕੋਈ ਚਤੁਰ ਆਦਮੀ ਭੇਜਣਾ ਚਾਹੀਦਾ ਹੈ। ਜਿਸ ਪਰ ਧੂਮਰ ਨੈਣ ਨਾਮੀ ਪੁਰਖ ਨੇ ਬੀੜਾ ਉਠਾਇਆ ਔਰ ਆਖਿਆ ਕਿ ਮੈਂ ਉਸ ਨੂੰ ਬਾਤਾਂ ਨਾਲ ਰਿਝਾ ਕੇ ਆਪ ਦੀ ਸੇਵਾ ਵਿੱਚ ਲਿਆਵਾਂਗਾ ਔਰ ਜੇ ਨਹੀਂ ਮੰਨੇਗੀ ਤਾਂ ਕੇਸਾਂ ਦੇ ਪਕੜ ਕੇ ਹਾਜ਼ਰ ਕਰਾਂਗਾ। ਇਸ ਸਾਰੇ ਪ੍ਰਸੰਗ ਤੇ ਇਹ ਸਾਬਤ ਨਹੀਂ ਹੁੰਦਾ ਕਿ ਉਹ ਈਸ਼ਵਰ ਸੀ ਜਾਂ ਈਸ਼ਵਰ ਦੀ ਸ਼ਕਤੀ ਅਜਿਹੇ ਕੰਮ ਕਰਨ ਆਈ ਸੀ ਜਿਸ ਨੂੰ ਵਿਆਹੁਣ ਲਈ ਲੋਕ ਯਤਨ ਕਰਦੇ ਸਨ, ਕਿੰਤੂ ਇਸ ਤੇ ਇਹੋ ਸਿੱਧ ਹੁੰਦਾ ਹੈ ਕਿ ਉਹ ਪਹਾੜ ਦੇ ਕਿਸੇ ਰਾਜੇ ਜਾਂ ਅਮੀਰ ਦੀ ਕੰਨਿਆ ਸੀ। ਐਸੀਆਂ ਕੰਨਿਆ ਨੂੰ ਯੁੱਧ ਜੰਗ ਦੇ ਪ੍ਰੇਮ ਹੁੰਦੇ ਸਨ ਔਰ ਗੈਰ ਕੌਮ ਦੇ ਆਦਮੀਆਂ ਨੂੰ ਆਪਣੇ ਪਰ ਹਮਲੇ ਕਰਦੇ ਦੇਖ ਕੇ ਰੋਕਦੀਆਂ ਸਨ। ਇਸੇ ਤਰ੍ਹਾਂ ਉਹਨਾਂ ਦੇ ਕੰਮ ਵੀ ਦੱਸਦੇ ਸਨ ਕਿ ਉਹ ਇੱਕ ਆਮ ਤੌਰ ਦੀਆਂ ਇਸਤਰੀਆਂ ਸਨ ਜਿਨ੍ਹਾਂ ਪਾਸ ਕਈ ਰਾਜੇ, ਜਿਨ੍ਹਾਂ ਨੂੰ ਉਹਨਾਂ ਦੇ ਹੀ ਵਿਰੋਧੀਆਂ ਪਾਸੋਂ ਦੁੱਖ ਮਿਲਦੇ ਸਨ, ਜਾ ਕੇ ਪ੍ਰਾਰਥਨਾ ਕਰਦੇ ਸਨ ਕਿ ਸਾਡੀ ਮਦਦ ਕਰੋ, ਜੈਸਾ ਕਿ ਚੰਡੀ ਵਾਰ ਵਿੱਚ ਲਿਖਿਆ ਹੈ। ਯਥਾ ਪੌੜੀ ਇੱਕ ਦਿਹਾੜੇ ਨਹਾਵਣ ਆਈ ਦੁਰਗ ਸ਼ਾਹ
इंद्र बृथा सुनाई अपने हाल दी, छीन लई ठुकराई साते दानवा, लोकी तिही फिराई दोही अपनी, बैठे वाए ਵਧਾਈ ते अमरावती, दिते देव भजाई सबना राक्षां, किने न जिता जाई मैखे दैत नू, तेरी शामत काई देवी दुर्ग शाह। पौड़ी। दुर्गा बैन सुनंदी हसी हड़ हड़ाए, ओही शीं मंगाया राक्षस भखना, चिंत करो ना काई, देवा नू आखिया रो होई महमाई राक्षस मारने। इस पौड़ी ਦੇ ਅਰਥ ਤੇ ਇਹੋ ਗਿਆਨ ਹੁੰਦਾ ਹੈ ਜੋ ਪਹਾੜਾਂ ਵਿੱਚ ਅਕਸਰ ਬੌਲੀਆਂ ਪਰ ਜਾ ਕੇ ਇਸਤਰੀਆਂ ਨਹਾਉਂਦੀਆਂ ਹਨ। ਇਸ ਵਾਸਤੇ ਦੁਰਗਾ ਦੇਵੀ ਜਿਸ ਕੰਨਿਆ ਦਾ ਨਾਮ ਸੀ ਉਹ ਘਰੋਂ ਨਹਾਉਣ ਜਾਂਦੀ ਸੀ, ਜਿਸ ਨੂੰ ਵੇਖ ਕੇ ਇੰਦਰ ਨਾਮੇ ਰਾਜਾ ਆਇਆ, ਪਰ ਉਸਨੇ ਆਪਣਾ ਦੁੱਖ ਰੋਇਆ ਔਰ ਦੱਸਿਆ ਕਿ ਸਾਡੇ ਵਿਰੋਧੀਆਂ ਨੇ ਸਾਨੂੰ ਕੱਢ ਕੇ ਸਾਡੇ ਜਾਂ ਸਾਡੇ ਘਰ ਸਾਂਭ ਲੀਤੇ ਹਨ, ਇਸ ਵਾਸਤੇ ਤੇਰੀ ਸ਼ਰਨ ਲਈ ਆਏ ਹਾਂ ਅਤੇ ਸਾਡੀ ਸਹਾਇਤਾ ਕਰ, ਕਿਉਂਕਿ ਮਹਿਕਾ ਦੈਂਤ ਵੱਡਾ ਬਲਵਾਨ ਹੈ। ਉਹ ਰਾਜੇ ਦੀ ਇਹ ਦੀਨਤਾ ਵਾਲੀ ਬੇਨਤੀ ਸੁਣ ਕੇ ਦੁਰਗਾ ਖਿੜਖੜਾ ਕੇ ਹੱਸ ਪਈ ਔਰ ਆਖਿਆ ਕਿ ਤੂੰ ਚਿੰਤਾ ਨਾ ਕਰ, ਮੈਂ ਚਲਦੀ ਹਾਂ। ਜਿਸ ਨੇ ਉਹ ਸਵਾਰੀ ਕਰਨੇ ਵਾਲਾ ਸ਼ੇਰ ਮੰਗਵਾਇਆ ਜੋ ਦੁਸ਼ਮਣਾਂ ਨੂੰ ਮਾਰ ਕੇ ਖਾ ਜਾਂਦਾ ਹੁੰਦਾ ਸੀ, ਜਿਸ ਪਰ ਸਵਾਰ ਹੋ ਕੇ ਉਹਨਾਂ ਰਾਖਸ਼ਾਂ ਦੇ ਦਲ ਪਰ ਜਾ ਪਈ। ਫਿਰ ਸ਼ੇਰ ਦੀ ਗੱਜ ਦੇ ਅੱਗੇ ਉਹ ਕਦ ਠਹਿਰ ਸਕਦੇ ਸਨ, ਪਰੰਤੂ ਇਹ ਮੁਰਾਦ ਨਹੀਂ ਜੋ ਇਕੱਲੀ ਹੀ ਹੁੰਦੀ ਸੀ, ਕਿੰਤੂ ਉਸ ਦੇ ਨਾਲ ਆਪਣੀ ਅਤੇ ਹੋਰ ਰਾਜਿਆਂ ਦੀ ਸੈਨਾ ਜ਼ਰੂਰ ਹੁੰਦੀ ਸੀ, ਜਿਸ ਨਾਲ ਉਹ ਉਹਨਾਂ ਪਰ ਫਤਿਹ ਪਾਉਂਦੀ ਸੀ। ਔਰ ਉਹ ਸਭ ਦੀ ਸਰਦਾਰ ਹੋਣੇ ਕਰਕੇ ਲੜੇ ਫੌਜ ਨਾਮ ਸਰਦਾਰ ਦਾ ਵਾਲੀ ਬਾਤ ਹੁੰਦੀ ਸੀ। ਜੈਸਾ ਕਿ ਕਾਬਲ ਦੇ ਜੰਗ ਦੀ ਬਾਬਤ ਅੱਜ ਲੋਕ ਆਖਦੇ ਹਨ ਕਿ ਸਰ ਰਾਬਰਟ ਨੇ ਜੰਗ ਕਰਕੇ ਕਾਬਲ ਨੂੰ ਫਤਿਹ ਕੀਤਾ, ਸੋ ਇਸ ਤੇ ਮੁਰਾਦ ਨਹੀਂ ਜੋ ਉਹ ਜੰਗੀ ਲਾਟ ਕੱਲਾ ਹੀ ਸੀ। ਇਸੇ ਤਰ੍ਹਾਂ ਦੁਰਗਾ ਦਾ ਹਾਲ ਹੈ। ਇਸ ਤੋਂ ਬਿਨਾਂ ਮਹਿਖਾਸੁਰ ਨਾਮ ਵੀ ਮਹਿਤ ਅਸੁਰ ਅਰਥਾਤ ਵੱਡਾ ਰਾਖਸ਼ ਤੋਂ ਨਿਕਲਿਆ ਹੈ, ਜਿਸ ਤੇ ਅੱਜ ਕੱਲ ਵੀ ਮਹਿਤਾ ਕਰਕੇ ਬੋਲਿਆ ਜਾਂਦਾ ਹੈ। ਅਸੁਰ ਪਦ ਉਸ ਨੂੰ ਇਸੇ ਤਰ੍ਹਾਂ ਦਿੱਤਾ ਹੈ ਜਿਸ ਤਰ੍ਹਾਂ ਤੁਰਕਾਂ ਨੂੰ ਮਲੇਸ਼ ਪਦ ਦਿੱਤਾ ਗਿਆ ਹੈ। ਇਸ ਵਾਸਤੇ ਉਹ ਇੱਕ ਇਸਤਰੀਆਂ ਸਨ, ਹੋਰ ਕੋਈ ਐਸੀਆਂ ਵਸਤੂਆਂ ਨਹੀਂ ਸਨ ਜੋ ਲੋਕਾਂ ਨੇ ਖਿਆਲ ਕੀਤੀਆਂ ਹੋਈਆਂ ਹਨ। ਦੋਹਰਾ। ਇਹ ਸਾਰਾ ਸਮਝਾਇਆ ਮੈਂ ਤੈਨੂੰ ਹੈ ਹਾਲ, ਦਸਮ ਗ੍ਰੰਥ ਪ੍ਰਮਾਣ ਦੇ ਸੁਣ ਕੇ ਰਹੋ ਨਿਹਾਲ। ਤਾਂ ਤੇ ਦੇਵੀ ਦੇਵਤਾ ਨਾ ਪੂਜੀ ਤੂੰ ਭੁੱਲ, ਜਿਸ ਦੇ ਪੂਜਾ ਕਰਨ ਤੇ ਨਿਸ਼ਚਾ ਜਾਂਦਾ ਡੁੱਲ। ਇਹ ਸਭ ਰਾਜਕੁਮਾਰੀਆਂ ਬੇਟੀ ਸਨ ਰਜਪੂਤ, ਕਰਤ ਜੰਗ ਸਦ ਤਿਨੋਂ ਸੇ ਜੋ ਦੁਖ ਦੇਤੇ ਊਤ। ਲੋਕਾਂ ਨੇ ਪਿੱਥ ਸੂਰਤਾਂ ਅਰ ਪਰਮਾਂ ਦੇ ਕੰਮ, ਲੋਕਾਂ ਨੇ ਮਿਥ ਸੂਰਤਾਂ ਅਰ ਧਰਮਾਂ ਦੇ ਕੰਮ, ਮੰਨ ਲਿਆ ਸਮ ਈਸ਼ ਦੇ ਦੀਨ ਦੁਨੀ ਦੇ ਥੰਮ। ਹੁੰਦੀ ਗੱਲ ਇਹ ਵੱਧ ਗਈ ਇੱਥੋਂ ਤੀਕ, ਪੂਜਣ ਮੇਲੇ ਲਾਏ ਕੇ ਬਲੀ ਚੜਾਉਣ ਲੀਕ। ਭੇਡ ਚਾਲ ਹੈ ਜਗਤ ਦੀ ਜਿੱਥੇ ਕਰਦਾ ਚਾਹੇ, ਰਾਈਓ ਪਰਬਤ ਉਸ ਨੂੰ ਦਿੰਦਾ ਤੁਰਤ ਬਣਾਏ। ਇਸ ਪਰ ਮੈਂ ਹਾਂ ਦੱਸਦਾ ਅੱਜ ਕੱਲ ਦੀ ਗੱਲ, ਦੇਖੋ ਕਤਲੂਹੀ ਵਿਖੇ ਤੁਰ ਪਈ ਹੋਰ ਜਟਲ। ਮਾਝੇ ਵਿੱਚ ਇੱਕ ਪਿੰਡ ਹੈ ਕਤਲੂਹੀ, ਜਿਸ ਨਾਮ ਹੈ ਤਹਿਸੀਲ ਕਸੂਰ ਦੀ, ਚੰਗਾ ਅਹੇ ਗ੍ਰਾਮ। ਚੌਪਈ। ਉਸ ਪਿੰਡ ਦੀ ਇੱਕ ਮਿਰਾਸਣ ਜੋ ਸੀ ਹਸਮੁਖ ਵੱਡੀ ਹੁਲਾਸਨ, ਸਹੁਰਿਆਂ ਤੋਂ ਤੁਰੀ ਸਵੇਰੇ ਕਤਲੂਹੀ ਨੂੰ ਪਾਏ ਫੇਰੇ। ਜਦ ਉਹ ਨਗਰ ਨੇੜੇ ਆਈ ਤਦ ਮਿਲ ਗਈ ਉਸ ਨੂੰ ਇੱਕ ਮਾਈ, ਲੱਗੀ ਪੁੱਛਣ ਸੁਣ ਤੂੰ ਧੀਆ, ਤੈਨੂੰ ਦੇਖ ਮੈਂ ਜੀਆਂ। ਇਹ ਪਿੰਡ ਤੁਸਾਡਾ ਜੋਈ, ਮੁਸਲਮਾਨ ਵੀ ਰਹਿੰਦਾ ਕੋਈ। ਜਿਸ ਪਰ ਉਸ ਲੜਕੀ ਨੇ ਕਹਿਆ ਸਾਡਾ ਹੀ ਘਰ ਬਾਕੀ ਰਹਿਆ ਹੈ। ਇਹ ਪਿੰਡ ਵੱਡਾ ਬਲਵਾਨ, ਜੱਟ ਸਿੰਘ ਸਭ ਵਸਣ ਮਹਾਨ। ਜਿਸ ਪਰ ਉਸ ਬੁੜੀਆ ਇਹ ਆਖੀ ਸਹਿਜ ਸੁਭਾਏ ਨਾ ਮਾਥ ਕਰ ਭਾਖੀ। ਜੇ ਸਿੱਖਾਂ ਦਾ ਹੈ ਇਹ ਗਾਉਂ ਤਾਂ ਕਦ ਮੁਸਲੀ ਲੇਸ਼ਨ ਨਾਉ। ਜਿਸ ਪਰ ਉਸ ਲੜਕੀ ਸਮਝਾਇਆ ਚੱਲ ਸਾਡੇ ਘਰ ਮਾਈ ਸਾਇਆ।
ਰੋਟੀ ਖਾ ਘਰ ਅੱਗੇ ਜਾਈ, ਐਵੇਂ ਭੁੱਖੀ ਨਾ ਤਰਸਾਈ। ਪਰ ਉਸ ਬੁढ़िया ਮੰਨੀ ਨਾ, ਚੱਲੀ ਗਈ ਨਿਜ ਰਸਤੇ ਮਾਂ। ਇਧਰ ਇਹ ਮਿਰਾਸਨ ਲੜਕੀ ਆਈ, ਘਰ ਮਨ ਹੋਏ ਨ ਧੜਕੀ। ਬਾਤਾਂ ਕਰਦਿਆਂ ਗੱਲ ਸੁਣਾਈ, ਮੈਨੂੰ ਮਿਲੀ ਅੱਜ ਇੱਕ ਮਾਈ। ਸਿੱਖਾਂ ਦਾ ਸੁਣ ਕੇ ਇਹ ਗਾਉਂ, ਲੱਗੀ ਕਹਿਣ ਮੁਸਲਿਆਂ ਥਾਉ। ਸਿੱਖਾਂ ਦਾ ਸੁਣ ਕੇ ਇਹ ਗਾਉਂ, ਲੱਗੀ ਕਹਿਣ ਨਾ ਮੁਸਲਿਆਂ ਥਾਉ। ਤਾਂ ਮੈਂ ਇੱਥੇ ਕੀ ਹੈ ਰਹਿਣਾ, ਜੋ ਨਾ ਮੰਨਣ ਸਾਡਾ ਕਹਿਣਾ। ਦੋਹਰਾ। ਸੁਣਤ ਮਰਾਸਣ ਮਾਏ ਨੇ, ਕਹਿਆ ਬਣਾਇਆ ਢੰਗ। ਜਿਸ ਦੇ ਸੁਣਨੇ ਹਾਰ ਵੀ, ਹੋ ਜਾਵਣਗੇ ਦੰਗ। ਚੌਪਈ। ਬਾਹਰ ਜਾਏ ਨਗਰ ਦੇ ਪਾਸ, ਕੀਤਾ ਉਸਨੇ ਇੱਕ ਬਲਾਸ। ਛੋਟਾ ਜਿਹਾ ਥੜਾ ਬਣਾਇਆ, ਅਰ ਲੋਕਾਂ ਨੂੰ ਇਹ ਸੁਣਾਇਆ। ਮਾਤ ਮੂਸਲੀ ਦੇਵੀ ਇਹ, ਜੋ ਪੂਜੇ ਸੋਈ ਵਰਲੇ। ਪ੍ਰਗਟ ਭਈ ਲੜਕੀ ਨੂੰ ਅੱਜ, ਗੱਲਾਂ ਕਰ ਗਈ ਧਰਕੇ ਪੱਜ। ਸੁਣਦੇ ਸਾਰ ਲੋਕ ਬਹੁ ਆਏ, ਕਈ ਤਰ੍ਹਾਂ ਦੇ ਦਰਬ ਚੜਾਏ। ਗਾਵਣ ਭੇਟਾ ਨਰ ਅਰ ਨਾਰੇ, ਖਬਰ ਗਈ ਮਾਝੇ ਮੈਂ ਸਾਰੇ। ਲੱਗੇ ਝੁਗਣ ਜਦ ਨਰ ਅਰ ਨਾਰੀ, ਹੋਏ ਆਮਦਨ ਗਈਆ ਪਹਾਰੀ। ਭੁੱਖੇ ਡੂਮ ਰੱਜ ਗਏ ਪਹਾਰੇ, ਪ੍ਰਭਾਂ ਦੇ ਜਦ ਧਾਮ ਉਜਾਰੇ। ਜਦ ਜੱਟਾਂ ਨੇ ਕੀਤੀ ਸੋਚ, ਧਨ ਨੂੰ ਦੋਖ ਗਿਆ ਮਨ ਲੋਚ। ਤਾਂ ਉਹ ਲੱਗੇ ਕਹਿਣ ਸੁਣ ਯਾਰੋ, ਮੰਨੇ ਕਿਉਂ ਡੂਮਾ ਸਿਰਦਾਰੋ। ਦੋ ਉਠਾਏ ਡੂਮਣੀ ਨਾਰੀ, ਹੁਣ ਦਾਦੇ ਦੀ ਆਈ ਵਾਰੀ। ਦੇਖੋ ਸਾਡੀ ਮੁਸਲੀ ਮਾਈ, ਡੂਮਾ ਦੇ ਕਿਆ ਕਹਬ ਆਈ। ਇਤਨਾ ਕਹਿ ਕਰ ਡੂਮੇ ਉਠਾਏ, ਉਥੇ ਪਾਂਦੇ ਚਾਏ ਬਿਠਾਏ। ਮਿਸਰੇ ਆਪਣਾ ਫੰਦ ਚਲਾਇਆ, ਡਾਢਾ ਪੈਸਾ ਬੈਠ ਕਮਾਇਆ। ਜਦ ਆ ਚੜਨ ਚੜਾਵੇ ਹੰਗੇ, ਨਾਲ ਰੁਪਈਆ ਦੇ ਹੱਥ ਰੰਗੇ। ਤਦ ਜੱਟਾਂ ਨੇ ਫੇਰ ਵਿਚਾਰੀ, ਲੈ ਗਿਆ ਦਾਦਾ ਦਰਬ ਹਮਾਰੀ। ਲੁੱਟ ਗਏ ਇਨ ਸਭੋ ਗਾਉਂ, ਸਾਡਾ ਮੂਲ ਨਾ ਲੈਂਦਾ ਨਾਉ। ਜਿਸ ਪਰ ਉਸਨੂੰ ਚੱਕ ਉਠਾਇਆ, ਜਾਏ ਆਪਣਾ ਡੇਰਾ ਲਾਇਆ। ਜਿਸ ਦੀ ਪੱਤੀ ਵਿੱਚ ਮਕਾਨ, ਹੋਏ ਗਿਆ ਉਹ ਪ੍ਰਧਾਨ। ਲੱਗੀ ਖਲਕਤ ਢੁੱਕਣ ਹੋਰ, ਨੰਬਰਦਾਰੀ ਦਾ ਲਖ ਜੋਰ। ਮਾਲੋ ਮਾਲ ਜੱਟ ਹੋ ਗਿਆ, ਦੇਖ ਮੂਸਲੀ ਤੇ ਵਰ ਲਿਆ। ਹੁਣ ਉਸ ਜਗ੍ਹਾ ਮੰਦਰ ਕਰਕੇ, ਬੈਠ ਗਏ ਹੋ ਮਾਲਕ ਘਰ ਕੇ। ਇੱਕ ਦਿਨ ਉਹ ਪੁਜਾਰੀ ਜੱਟ, ਜਿਸ ਦੀ ਆਕੜ ਨਾ ਸੀ ਘੱਟ। ਆਇਆ ਕੰਮ ਲਾਹੌਰ ਵਿਚਾਰਾ, ਮੈਨੂੰ ਮਿਲਿਆ ਸਾਥ ਪਿਆਰਾ। ਪਹਿਲੇ ਸਮਿਆਂ ਦਾ ਸੀ ਯਾਰ, ਲੱਗਾ ਖੂਬ ਚਿਤਾਵਨ ਪਿਆਰ। ਸਾਰੀ ਗੱਲ ਮੂਸਲੀ ਦੱਸੀ, ਆਖੇ ਜਾਂਦੀ ਦੌਲਤ ਖੱਸੀ। ਬਾਹਮਣ ਡੂਮਾ ਲੁੱਟ ਮਚਾਈ, ਜਿਨ ਤੋਂ ਮੈਂ ਕਰ ਜੋਰ ਛੁਡਾਈ। ਤਦ ਮੈਂ ਕਿਹਾ ਸੁਣੋ ਹੈ ਭਾਈ, ਦੇਵੀ ਮਨ ਵੱਡੇ ਸ਼ੁਦਾਈ। ਗੁਰੂ ਗ੍ਰੰਥ ਕਿਉਂ ਰੱਖੇ ਨਾਹੀ, ਇਸ ਮੰਦਰ ਤੇ ਜਾ ਕੇ ਮਾਹੀ। ਜਿਸ ਪਰ ਉਸਨੇ ਸੱਚ ਸੁਣਾਈ, ਇਹ ਦੁਨੀਆ ਦੇ ਲੋਕ ਸ਼ੁਦਾਈ। ਸੱਚ ਕਹਿਣ ਤੇ ਸਭ ਹਟ ਜਾਉਣ, ਕੌਡੀ ਇੱਕ ਨਾ ਇੱਥੇ ਲਿਆਉਣ। ਤਾਂ ਤੇ ਚੱਲਣ ਦਿਓ ਪਖੰਡ, ਜੋ ਦੇਂਦਾ ਹੈ ਘੀ ਤੇ ਖੰਡ। ਪਰ ਗੁਰੂ ਗ੍ਰੰਥ ਕਰਾਂ ਪ੍ਰਕਾਸ਼, ਇਹ ਮੇਰੇ ਮਨ ਅਹੇ ਹੁਲਾਸ। ਜਿਸ ਪਰ ਹੁਣ ਉਸ ਜਾਗਾ ਮਾਹੇ, ਗੁਰੂ ਗ੍ਰੰਥ ਪ੍ਰਕਾਸ਼ਿਤ ਤਾਂ ਹੈ। ਨਾਲੇ ਦੇਵੀ ਲੋਕ ਮਨਾਉਣ, ਗੁਰੂ ਗ੍ਰੰਥ ਫਿਰ ਸੀਸ ਨਵਾਉਣ। ਦੇਖਿਆ ਇੱਕ ਮੂਸਲੀ ਦੇ ਆਖੇ, ਜੰਮੇ ਮੋੜ ਖੇਤ ਵਿੱਚ ਲਾਖੇ। ਮੁਸਲੀ ਤੇ ਹੋ ਮੁਸਲਮਾਈ, ਲੋਕਾਂ ਦੇ ਵੀ ਚੁੱਕ ਬਣਾਈ। ਲੈਣ ਮੁਰਾਦਾਂ ਕਈ ਹਜ਼ਾਰਾਂ, ਚੱਲੀਆਂ ਆਵਣ ਮੂਰਖ ਡਾਰਾਂ। ਅਸਲੀ ਗੱਲ ਨਹੀਂ ਵਿੱਚ ਕੁਝ, ਭੇਡ ਚਾਲ ਇਸ ਜਗ ਦੀ ਬੁੱਝ। ਦੋਹਰਾ। ਇਸੇ ਤਰ੍ਹਾਂ ਦੀ ਸਮਝ ਲੈ ਉਹ ਵੀ ਸਾਰੀ ਗੱਲ, ਮੂਰਖ ਲੋਕਾਂ ਪੂਜ ਕੇ ਮਾਰ ਲਈ ਹੈ ਮੱਲ। ਤੂੰ ਤਾਂ ਸਿਆਣਾ ਆਦਮੀ ਅਰ ਹੈ ਵਿਦਿਆਵਾਨ, ਤੂੰ ਕਿਉਂ ਭੁੱਲਿਓ ਉਸ ਪਰ ਭੁੱਲਿਆ ਜਿਵੇਂ ਜਹਾਨ। ਤਾਂ ਤੇ ਭਰਮ ਨਿਵਾਰ ਮਨ, ਕਰੋ ਈਸ ਕੀ ਸੇਵ। ਹੋਰ ਤਿਆਗੋ ਸਰਬ ਹੀ ਕਲਪਤ ਦੇਵੀ ਦੇਵ। ਜਿਸ ਦਾ ਮੰਨਣ ਖਾਲਸੇ, ਤਾਂ ਹੀ ਹੈ ਵੱਡ ਪਾਪ। ਫਿਰ ਤੂੰ ਕਿਹੜੇ ਲਾਭ ਹਿਤ, ਕਰਦਾ ਉਸ ਦਾ ਜਾਪ। ਦੁਰਗਾ ਭਗਤ। ਦੋਹਰਾ। ਬਾਤਾਂ ਤਾਂ ਤੈਂ ਦਸੀਆਂ ਖੋਲ ਖੋਲ ਕੇ ਤਤ, ਸੁਣ ਸੁਣ ਮੈਨੂੰ ਆ ਗਈ ਗੁਰ ਘਰ ਦੀ ਹੈ ਮਤ। ਪਰ ਇੱਕ ਸੰਸਾ ਹੋਰ ਹੈ, ਉਪਜਿਆ ਮਨ ਦੇ ਮਾਏ। ਕੋਈ ਦੇਵੀ ਜਗਤ ਮੈਂ
ਸਿੱਧੀ ਹੈ ਜਾਂ ਨਾ ਹੈ। ਫਿਰ ਜੇ ਨਾ ਹੀ ਵਸਤ ਕੋ ਤਾਂ ਕਿਉਂ ਮੰਨੈ ਕੋਏ, ਪਰ ਜੇ ਹੈ ਤਾਂ ਅਸਾਂ ਦਾ ਕਿਉਂ ਉਸ ਨਾਲ ਦਰੋਏ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।